तरीक दे दी कि मैं आऊँगा, रोक के दिखाओ। देखांगे बसंत दरवाजे बंद करते ने या सानू डांगा नाल कुटते ने, जां ते हिसाब देण या बाहर जाण। गुरु घर तो बाहर जाना सी आपे लवांगे। तो जथेदार ने झूठ बोलिया काल तख्त दमवा साहब के तख्त। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ 328 ਪਾਵਨ ਸਰੂਪਾਂ ਦਾ ਮਸਲਾ ਹਾਲੇ ਤੱਕ ਸੁਲਝਿਆ ਨਹੀਂ ਹੈ। ਭਾਵੇਂ ਕਿ SGPC ਵੱਲੋਂ ਇਨ੍ਹਾਂ ਗਾਇਬ ਹੋਏ ਪਾਵਨ ਸਰੂਪਾਂ ਸੰਬੰਧੀ ਜਾਂਚ ਰਿਪੋਰਟ ਵੀ ਜਨਤਕ ਕੀਤੀ ਜਾ ਚੁੱਕੀ ਹੈ, ਪਰ ਸਿੱਖ ਸੰਗਤ ਦੇ ਮਨਾਂ ਵਿੱਚ ਹਾਲੇ ਵੀ ਇਹੀ ਸਵਾਲ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਸਰੂਪ ਆਖਰ ਗਏ ਕਿੱਥੇ। ਇਹਨਾਂ ਸਵਾਲਾਂ ਦੇ ਜਵਾਬ ਲੈਣ ਲਈ ਸਿੱਖ ਸੰਗਤ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਵੀ ਕੀਤੇ ਗਏ, ਪਰ ਹੁਣ SGPC ਨੇ ਸ਼੍ਰੀ ਦਰਬਾਰ ਸਾਹਿਬ ਕੋਲ ਧਰਨਾ ਪ੍ਰਦਰਸ਼ਨ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ। ਉਧਰ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਨੇ SGPC ਦੇ ਇਸ ਫੈਸਲੇ ਨੂੰ ਇੱਕ ਚੈਲੰਜ ਦਾ ਨਾਮ ਦਿੰਦਿਆਂ ਆਉਣ ਵਾਲੀ 7 ਨਵੰਬਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਵੱਡੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ। ਲਫੜਾ ਤੇ ਹੈਗਾ 2015 ਤੋਂ 2020 ਤੱਕ ਦਾ ਕਿ ਜਿਹੜੇ 328 ਸਰੂਪ ਨੇ ਇਹ ਕਿਹਦੇ ਹੁਕਮ ਨਾਲ ਕਿਹੜੇ ਡੇਰੇ 'ਚ ਗਏ ਉਹ ਦੱਸੋ। ਉਹ ਨਹੀਂ ਦੱਸ ਰਿਹਾ, ਉਹ ਨਹੀਂ ਦੱਸ ਰਿਹਾ। ਤੇ ਜਿਹੜੇ ਪੁੱਛ ਰਹੇ ਸੀ ਉਹਨਾਂ ਨੂੰ ਡਾਂਗ ਫਿਰੇ ਜੋ ਕੁਛ ਹੋਇਆ। ਤੇ ਫਿਰ ਨਾਲ ਇਹ ਕਹਿ ਦਿੱਤਾ ਕਿ ਇੱਥੇ ਅਸੀਂ ਕੋਈ ਐਜੀਟੇਸ਼ਨ ਨਹੀਂ ਹੋਣ ਦਿਆਂਗੇ, ਮਤਾ ਪਾਸ ਕਰਤਾ। तो मैं ਉਹਦੇ ਮਤੇ ਨੂੰ ਚੈਲੰਜ ਕਰਕੇ 7 ਤਰੀਕ ਦੇ ਦਿੱਤੀ ਕਿ ਮੈਂ ਆਊਂਗਾ, ਰੋਕ ਕੇ ਦਿਖਾਓ। ਅਸੀਂ ਪੁੱਛਾਂਗੇ। ਇਹ ਇਕੱਲੇ 328 ਸਰੂਪ ਨਹੀਂ, ਸਾਡੇ ਕੋਲ ਸਾਡੀ ਕੌਮ ਦਾ ਬੇਸ, ਸਾਡੀ ਜਿੰਦ ਜਾਨ, ਸਾਡੇ ਪੁਰਾਤਨ ਗ੍ਰੰਥ ਜਿਹੜੇ ਉਹ ਨਹੀਂ ਹੈਗੇ। ਉਹ ਪਤਾ ਨਹੀਂ ਕਿਹਨੂੰ ਦਿੱਤੇ, ਇਹਨਾਂ ਨੇ ਕਿਹੜੀ ਸੰਸਥਾ ਨੂੰ ਦਿੱਤੇ ਆ ਤੇ ਕਦੋਂ ਮਿਲਣਗੇ। 2004 ਤੋਂ ਲੈ ਕੇ ਕੋਟਾਂ ਦੇ ਧੱਕੇ ਖਾਣ ਡਏ ਸਿੱਖ, ਇਹ ਜਵਾਬ ਨਹੀਂ ਦੇ ਰਹੀ ਕਮੇਟੀ। ਤੇ ਸਰੂਪ ਕਿਹੜੇ ਨੇ? ਜਿਹੜੇ 84 ਚ ਫੌਜ ਲੈ ਕੇ ਗਈ ਸੀ, CBI ਲੈ ਕੇ ਗਈ, ਫੌਜ ਲੈ ਕੇ ਗਈ। 2004 ਚ ਕਿਸੇ ਸਿੱਖ ਨੇ ਕੇਸ ਕੀਤਾ, ਉਸ ਕੇਸ ਦੇ ਵਿੱਚ ਨੋਟਿਸ ਕੀਤਾ ਹਾਈ ਕੋਰਟ ਨੇ ਡਿਫੈਂਸ ਮਿਨਿਸਟਰੀ ਨੂੰ, ਹੋਮ ਮਿਨਿਸਟਰੀ ਨੂੰ। ਉਹਨਾਂ ਨੇ ਆ ਕੇ ਐਫੀਡੇਵਿਟ ਦਿੱਤਾ। ਹਾਈ ਕੋਰਟ ਵਿੱਚ ਆ ਕੇ ਦੱਸਿਆ ਜੀ ਅਸੀਂ 3 ਕਿਸ਼ਤਾਂ ਦੇ ਵਿੱਚ 90 ਤੋਂ ਪਹਿਲਾਂ ਅਸੀਂ ਇਹ 3 ਕਿਸ਼ਤਾਂ 'ਚ 200 ਸਰੂਪ ਹੱਥ ਲਿਖਤ, ਜਿਨ੍ਹਾਂ 'ਚ ਇੱਕ ਬਾਬਾ ਹਰਦਾਸ ਵਾਲੀ ਪੋਥੀ ਸ਼ਾਮਲ ਹੈ ਜਿਹੜੀ ਸੁਨਹਿਰੀ ਅੱਖਰਾਂ 'ਚ, ਜਿਹਦੇ ਤੇ ਦਸਮ ਪਾਤਸ਼ਾਹ ਦੇ ਸਾਈਨ ਸਨ। 200 ਸਰੂਪ ਹੱਥ ਲਿਖਤ, 2 ਦਸਮ ਗ੍ਰੰਥ ਹੱਥ ਲਿਖਤ ਤੇ 28 ਹੁਕਮਨਾਮੇ ਹੱਥ ਲਿਖਤ ਅਸਲੀ ਤੇ 2 ਜਨਮ ਸਾਖੀਆਂ। ਇਹ ਅਸੀਂ ਕਮੇਟੀ ਦੇ ਸੈਕਟਰੀਆਂ ਨੂੰ ਦੇ ਕੇ ਗਏ 3 ਕਿਸ਼ਤਾਂ 'ਚ 3 ਵਾਰੀ। ਤੇ ਇਹ ਉਹਨਾਂ ਦੇ ਸਾਈਨ ਨੇ, ਉਹਨਾਂ ਬਿੱਲ ਦੇਤਾ ਨਾਲ ਐਫੀਡੇਵਿਟ ਦੇਤਾ। ਤੋ ਹਾਈ ਕੋਰਟ ਨੇ ਪੁੱਛਿਆ ਕਮੇਟੀ ਕੋਲੋਂ ਕਿ ਤੁਸੀਂ ਦੱਸੋ ਤੁਹਾਡੇ ਬੰਦਿਆਂ ਨੇ ਰਿਸੀਵ ਕੀਤੇ ਨੇ? ਤੇ ਜਦੋਂ ਦਿੱਤੇ ਨੇ ਉਦੋਂ ਕੋਰਟ ਦੀ ਪਰਮਿਸ਼ਨ ਲੈ ਕੇ ਹਾਈ ਕੋਰਟ ਨੇ ਵਾਪਸ ਕੀਤੇ ਆ। ਹਾਈ ਕੋਰਟ ਦੀ ਪਰਮਿਸ਼ਨ ਲੈ ਕੇ CBI ਨੇ ਦਿੱਤੇ ਆ। ਤੇ ਤੁਸੀਂ ਲੈਣ ਵਾਲਿਆਂ ਦੇ ਸਾਈਨ ਨੇ, ਤਿੰਨ ਜਿਹੜੇ ਸਕੱਤਰ ਨੇ ਉਹਨਾਂ ਦੇ ਸਾਈਨ ਨੇ ਉੱਤੇ, ਅਸੀਂ ਰਸੀਦਾਂ ਦੇਖੀਆਂ। ਤਾਂ ਹੁਣ ਤੁਸੀਂ ਦੱਸੋ ਸਰੂਪ ਕਿੱਥੇ ਨੇ? ਇਹ ਸਰੂਪ ਸਾਡੇ ਲਈ ਬੜੇ ਅਹਿਮ ਨੇ। ਦਸਮ ਪਾਤਸ਼ਾਹ ਦੇ ਹੁਕਮਨਾਮੇ, ਗੁਰੂ ਤੇਗ ਬਹਾਦਰ ਸਾਹਿਬ ਦੇ ਹੱਥ ਲਿਖਤ ਹੁਕਮਨਾਮੇ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਹੁਕਮਨਾਮੇ, ਮਾਤਾ ਸੁੰਦਰੀ ਦੇ ਹੁਕਮਨਾਮੇ, ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮਨਾਮੇ, ਬਾਬਾ ਬੰਦਾ ਸਿੰਘ ਬਹਾਦਰ ਦੇ ਹੁਕਮਨਾਮੇ, 28 ਹੁਕਮਨਾਮੇ ਅਸਲ ਕਾਪੀਆਂ ਸਾਨੂੰ ਨਹੀਂ ਮਿਲ ਰਹੀਆਂ। ਇਹ ਲੈਣ ਲਈ ਅਸੀਂ 7 ਤਰੀਕ ਨੂੰ ਜਾਣਾ। ਤੁਹਾਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸੀਂ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਬਣ ਕੇ ਜਾਣਾ। ਦੇਖਾਂਗੇ ਬਸੰਤ ਦਰਵਾਜੇ ਬੰਦ ਕਰਦੇ ਨੇ ਜਾਂ ਸਾਨੂੰ ਡਾਂਗਾ ਨਾਲ ਕੁੱਟਦੇ ਨੇ। ਬੋਲੇ ਸੋ ਨਿਹਾਲ। ਪਰ ਅਸੀਂ ਜਾਣਾ ਜ਼ਰੂਰ ਆ। ਜੇ ਗੁਰੂ ਗ੍ਰੰਥ ਸਾਹਿਬ ਦੇ ਦਸਮ ਪਾਤਸ਼ਾਹ ਦੀ ਪਵਿੱਤਰ ਅਜ਼ਮਤ ਨੂੰ ਤੁਸੀਂ ਬਚਾਉਣਾ ਤੇ ਇਹਨਾਂ ਤੋਂ ਹਿਸਾਬ ਲੈਣਾ ਪਾਓ। ਜਾਂ ਤੇ ਹਿਸਾਬ ਦੇਣ ਜਾਂ ਬਾਹਰ ਜਾਣ। ਗੁਰੂ ਘਰ ਤੋਂ ਬਾਹਰ ਜਾਣਾ ਸੀ ਆਪੇ ਲਵਾਂਗੇ, ਆਪੇ ਦੇਖਾਂਗੇ ਕਿੱਥੋਂ ਮਿਲਦੀਆਂ ਪੋਥੀਆਂ, ਸਾਨੂੰ ਲੈਣੀਆਂ ਆਉਂਦੀਆਂ। ਪਰ ਤੁਸੀਂ ਆਪਣੇ ਚੋਰਾਂ ਨੂੰ ਆਪ ਬਚਾਓ, ਆਪਣੀ ਗਰਦਨ ਬਚਾਉਣ ਲਈ ਕੌਮ ਨਾਲ ਧਰੋਹ ਕਰੋ, ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਗੁਰੂ ਗ੍ਰੰਥ ਸਾਹਿਬ ਦੇ ਛਾਪੇ 'ਚ ਗਲਤੀਆਂ ਆ ਰਹੀਆਂ ਨੇ ਤੇ ਜੇ ਅਸੀਂ ਇਹ ਗਲਤੀਆਂ ਨੂੰ ਸੁਧਾਰਨਾ ਹੋਵੇ ਤੇ ਅਗਵਾਈ ਕਿੱਥੋਂ ਲਵਾਂਗੇ? ਨਾ ਤੇ ਕੋਈ ਥਿੰਕ ਟੈਂਕ ਰਹਿਣ ਦਿੱਤਾ ਬਾਦਲ ਨੇ, ਨਾ ਸਾਡੇ ਕੋਈ ਚੰਗੇ ਗਿਆਨਵਾਨ ਸਿੱਖਾਂ ਦੀ ਕਦਰ ਹੋਈ ਇੱਥੇ।
ਤੇ ਜਿਹੜੀਆਂ ਗਲਤੀਆਂ ਨੇ ਇਹ ਹਜ਼ਾਰਾਂ 'ਚ ਨੇ। ਇਹ ਗਲਤੀਆਂ ਜਦੋਂ ਸੋਧਣ ਲੱਗੇ ਤੇ ਅਗਵਾਈ ਕਿੱਥੋਂ ਲਵਾਂਗੇ? ਬਾਦਲ ਤੋਂ ਪੁੱਛਾਂਗੇ ਕਬਰਾਂ 'ਚ ਜਾ ਕੇ ਕਿ ਸ਼ਬਦ ਕਿਹੜਾ ਸਰੂਪ ਅਸਲੀ? ਉਹ ਸਰੂਪ ਸੋਧਣ ਲਈ ਅਗਵਾਈ ਸਾਨੂੰ ਪੁਰਾਤਨ ਗ੍ਰੰਥਾਂ ਤੋਂ ਲੈਣੀ ਪੈਣੀ। ਤੇ ਜੇ ਪੁਰਾਤਨ ਗ੍ਰੰਥਾਂ ਦਾ ਹੀ ਕਬਜ਼ਾ ਕਰਕੇ ਕੋਈ ਸਾਡਾ ਸਰੂਪ ਹੀ ਵਿਗਾੜ ਗਿਆ, ਇਹਦੇ 'ਚ ਹੋਰ ਗਲਤੀਆਂ ਆ ਗਈਆਂ, ਤੇ ਅਸੀਂ ਕਿਵੇਂ ਸੁਧਾਰਾਂਗੇ? ਜਦੋਂ ਅਸੀਂ ਇਹਨਾਂ ਦੇ ਪਿੱਛੇ ਪੈ ਕੇ ਸਾਨੂੰ ਦੱਸੋ 267 ਸਰੂਪਾਂ ਦੀ ਕੀ ਸਟੋਰੀ ਹੈ, ਉਹ ਕਿਹੜੀ ਨਿਸ਼ਾਨਦੇਹੀ ਤੇ ਕਿੱਥੇ ਗਏ, ਕਿਹਦੇ ਹੁਕਮ ਨਾਲ ਗਏ? ਜਦੋਂ ਸਰੂਪ ਲੈਣਾ ਹੋਵੇ ਉਦੋਂ ਆਈਡੀ ਦੇਖਦੇ ਆ ਤੇ ਜਗ੍ਹਾ ਦੇਖਦੇ ਕਿੱਥੇ ਜਾਣਾ, ਤੇ ਉੱਥੋਂ ਦੇ ਮੈਂਬਰ ਦੇ ਸਾਈਨ ਲੈਂਦੇ ਨੇ। ਪਰ ਸਾਨੂੰ ਦੱਸੋ ਇਹ ਕਿਹਦੇ ਹੁਕਮ ਨਾਲ ਕਿੱਥੇ ਗਏ? ਇਹ ਫਸਿਆ ਫਸਾਇਆ ਨੇ ਇਨਕੁਆਇਰੀ ਕਰਤੀ ਜੀ, ਕਮੇਟੀ ਬਣਾਤੀ ਜੀ, ਫਿਰ ਕਮੇਟੀ ਨੇ ਹੱਥ ਜੋੜਤੇ, ਫਿਰ ਕਹਿੰਦੇ ਹੋਰ ਕਮੇਟੀ ਬਣਾਤੀ, ਉਹਨਾਂ ਵੀ ਹੱਥ ਜੋੜ ਦਿੱਤੇ, ਫਿਰ ਕਹਿੰਦੇ ਜੀ ਅਸੀਂ ਜਥੇਦਾਰ ਅਕਾਲ ਤਖਤ ਨੂੰ ਅਧਿਕਾਰ ਦਿੱਤੇ ਇਹ ਜੱਜ ਨੂੰ ਦੇ ਦੇਣ। ਤੋ ਜਥੇਦਾਰ ਦਾ ਹੁਕਮ ਆਇਆ ਕਿ ਮੈਂ ਇੱਕ ਰਿਟਾਇਰ ਜੱਜ ਨੂੰ ਤੇ ਇੱਕ ਤੇਲੰਗਾਨਾ ਦਾ ਐਡਵੋਕੇਟ ਈਸ਼ਰ ਸਿੰਘ ਉਹਨੂੰ ਇਸ ਇਨਕੁਆਇਰੀ ਦੇ ਰਿਹਾ। ਉਹ ਜੱਜ ਜਿਹੜਾ ਸੀਗਾ ਉਹਨੇ ਦੇਖਿਆ ਵੀ ਇਨਕੁਆਇਰੀ ਆਪੇ ਕਰੀ ਜਾ ਰਹੇ, ਸਾਡੇ ਤੋਂ ਸਾਈਨ ਕਰਾਉਣ ਲਈ ਆਉਂਦੇ ਆ। ਉਹ ਹੱਥ ਜੋੜ ਗਈ ਬੀਬੀ ਕਿ ਮੈਂ ਤਾਂ ਨਹੀਂ ਇਸ ਪਾਪ 'ਚ ਫਸਦੀ। ਫਿਰ ਇਨਕੁਆਇਰੀ ਕੀਤੀ ਐਡਵੋਕੇਟ ਤੇਲੰਗਾਨਾ ਦੇ ਈਸ਼ਰ ਸਿੰਘ ਨੇ। ਮੈਂ ਗੂਗਲ 'ਤੇ ਰਿਸਰਚ ਕੀਤੀ, ਤੇਲੰਗਾਨਾ ਹਾਈ ਕੋਰਟ ਦੀ ਰਜਿਸਟ੍ਰੇਸ਼ਨ 'ਚ ਇਸ ਨਾਂ ਦਾ ਕੋਈ ਬੰਦਾ ਨਹੀਂ ਉੱਥੇ। ਫਿਰ ਮੈਂ ਜਾਣਕਾਰੀ ਲਈ, ਪਹਿਲਾਂ ਤੈਨੂੰ ਐਡਵੋਕੇਟ ਕਹਿੰਦੇ, ਫਿਰ ਇਹਨੂੰ ਡਾਕਟਰ ਕਹੀ ਜਾਣ, ਤੇ ਉਸ ਤੋਂ ਪਹਿਲਾਂ ਇਹਨੂੰ ਸੰਤ ਕਹਿੰਦੇ ਹੁੰਦੇ ਸੀ। ਤੇ ਹੈਗਾ ਅਸਲ 'ਚ ਯਾਰ ਇਹਦਾ ਜਥੇਦਾਰ ਖੋਰ ਵਾਲੇ ਦਾ, ਹਰਪ੍ਰੀਤ ਸਿੰਘ ਦਾ ਅਸਲ 'ਚ ਇਹਦਾ ਯਾਰ, ਤੇ ਇਹਨੂੰ ਬਾਦਲ ਨੂੰ ਬਚਾਉਣ ਲਈ ਉਹਨੇ ਯਾਰੀ ਪਾਲੀ। ਪਰ ਜਿਹੜੀ ਇਨਕੁਆਇਰੀ ਹੋਈ ਉਹ 'ਚ ਦੋ ਬੀਬੀਆਂ ਲੱਗੀਆਂ ਨਾਲ, ਉਹਦੇ ਵਿੱਚ ਥੋੜ੍ਹਾ ਜਿਹਾ ਫਸਿਆ। ਇਨਕੁਆਇਰੀ ਕਰ ਲਈ, ਇਨਕੁਆਇਰੀ ਜਿਹੜੀ ਕੀਤੀ ਉਹਦੀ ਰਿਪੋਰਟ ਦਿੱਤੀ 1000 ਪੇਜ ਦੀ, ਉਹ ਦੇ ਦਿੱਤੀ ਜਥੇਦਾਰ ਨੂੰ, ਤੇ ਜਥੇਦਾਰ ਪਿਓ ਦਾ ਪੁੱਤ ਨੇ ਕੀ ਕੀਤਾ, ਉਸੇ ਕਮੇਟੀ ਨੂੰ ਚੋਰਾਂ ਨੂੰ ਫੇਰ ਫੜਾਤੀ ਕਿ ਤੁਸੀਂ ਦੇਖੋ ਜੀ। ਉਹਨਾਂ ਨੇ ਕਿੰਨੇ ਡਰਾਮੇ ਕੀਤੇ ਤੁਹਾਡੇ ਸਾਹਮਣੇ, ਫੌਜਦਾਰੀ ਕੇਸ ਹੋਣਗੇ, ਪੈਸੇ ਜਮ੍ਹਾਂ ਹੋਣਗੇ, ਐ ਹੋਊਗਾ ਉਹ ਹੋਊਗਾ। ਫਿਰ ਜੋ ਸੁਖਵੀਰ ਨੇ ਦਬਕਾ ਮਾਰਿਆ ਤੇ ਫਿਰ ਕਹਾਣੀ ਉੱਥੇ ਦੀ ਉੱਥੇ। ਤੋ ਜਥੇਦਾਰ ਨੇ ਝੂਠ ਬੋਲਿਆ ਅਕਾਲ ਤਖਤ ਤੋਂ, ਦਮਦਮਾ ਸਾਹਿਬ ਦੇ ਤਖਤ ਤੋਂ। ਇਹ ਕਹਿੰਦਾ ਜੀ ਸਾਡੇ ਤੇ ਆਰੋਪ ਲੱਗ ਰਹੇ ਨੇ, ਕਮੇਟੀ ਤੇ ਆਰੋਪ ਲੱਗ ਰਹੇ ਨੇ, ਇਹ ਲੋਕ ਸਾਡੀ ਸੰਸਥਾਵਾਂ ਦੀ ਕਿਰਦਾਰਕੁਸ਼ੀ ਕਰ ਰਹੇ ਨੇ, ਕੋਈ ਸਰੂਪ ਗਾਇਬ ਨਹੀਂ ਹੋਇਆ। 267 ਸਰੂਪ ਗਾਇਬ ਨਹੀਂ ਹੋਏ, ਪੂਰੇ ਨੇ, ਪਰ ਪੈਸਿਆਂ ਦਾ ਘਾਟਾ ਵਾਧਾ। ਤੇ ਜਦੋਂ ਇਨਕੁਆਇਰੀ ਹੋਈ, ਇਨਕੁਆਇਰੀ 'ਚੋਂ 267 ਦੀ ਬਜਾਏ 328 ਨਿਕਲੇ। ਫਿਰ ਉਸੇ ਜ਼ਬਾਨ 'ਚੋਂ, ਝੂਠ ਬੋਲਣ ਵਾਲੀ ਜ਼ਬਾਨ 'ਚੋਂ ਫਿਰ ਸੱਚ ਬੋਲਣਾ ਪਿਆ ਕਿ 328 ਸਰੂਪ ਦਾ ਪਤਾ ਨਹੀਂ ਕਿੱਥੇ ਹੈ। ਫਿਰ ਇਹਨਾਂ ਨੇ ਕਰਕੇ ਇਨਕੁਆਇਰੀ ਤੇ ਰਿਪੋਰਟ ਦੇ ਦਿੱਤੀ ਕਮੇਟੀ ਨੂੰ, ਤੇ ਕਮੇਟੀ ਨੇ ਆਖੇ ਜੀ ਸਰੂਪ ਗਏ ਠੀਕ ਥਾਂ ਤੇ ਨੇ, ਪਰ ਉਹਨਾਂ ਦੀ ਪੇਮੈਂਟ ਨਹੀਂ ਸੀ ਆਈ 9 ਲੱਖ, ਉਹ ਅਸੀਂ ਇੱਕ ਮੈਨੇਜਰ ਨੂੰ ਪਾਤੀ। ਹੋਇਆ ਕਿ ਇਨਕੁਆਇਰੀ ਕੀਤੀ 13 ਤੇ 14 ਤੇ 14 ਤੇ 15 2 ਸਾਲਾਂ ਦੀ, ਤੇ ਜਦੋਂ 8ਵੇਂ ਮਹੀਨੇ ਦੀ 15 ਤੱਕ ਇਨਕੁਆਇਰੀ ਆਈ, ਤੇ ਉਹਦੇ ਵਿੱਚ ਜਿਹੜੇ ਸਰੂਪ ਗਏ ਪ੍ਰਦੇਸ਼ਾਂ 'ਚ, ਉੱਥੇ ਬਿੱਲ ਤੇ ਲਿਖਿਆ ਗਿਆ ਕਿ ਤੁਹਾਡੀ ਇੰਨੀ ਡਿਮਾਂਡ ਸੀ, ਅਸੀਂ ਇੰਨੇ ਸਰੂਪ ਭੇਜ ਰਹੇ ਹਾਂ। 5 ਪਿਆਰੇ ਨਾਲ ਆ ਰਹੇ, ਗ੍ਰੰਥੀ ਸਿੰਘ ਨਾਲ ਆ ਰਹੇ ਨੇ, ਤੇ ਇੱਕ ਬੈਂਜਰ ਆ ਰਿਹਾ, ਤੇ ਉਹਨਾਂ ਨੂੰ ਇਹਨਾਂ ਦੀ ਸੇਵਾ ਦੇ ਦਿੱਤੀ ਜਾਵੇ। ਹੁਣ ਡਰਾਈਵਰ ਤੇ ਆ ਕੇ ਤੇ ਹਿਸਾਬ ਦੇ ਦਿੰਦਾ ਕਿ ਇੰਨਾ ਤੇਲ ਲੱਗਾ, ਇੰਨਾ ਖਰਚਾ ਆਇਆ, ਇੰਨੇ ਦੀ ਅਸੀਂ ਰੋਟੀ ਖਾ ਲਈ, ਇੰਨੇ ਪੈਸੇ ਬਾਕੀ ਬਚੇ ਲੈ ਲਓ। ਪਰ ਇਹ ਕਿੱਦਾਂ ਹੋ ਸਕਦਾ ਵੀ 2013 ਤੋਂ ਲੈ ਕੇ 20 ਤੱਕ ਮੈਨੇਜਰ ਪੈਸੇ ਨਾ ਜਮ੍ਹਾਂ ਕਰਾਏ 10 ਲੱਖ ਰੁਪਏ? ਹੋ ਸਕਦਾ ਕਿਤੇ। ਪਰ ਜੋ ਮੰਨ ਲਓ ਨਹੀਂ ਕਰਾਏ, ਤੇ ਉਹ ਪੈਸੇ ਨਹੀਂ ਜਮ੍ਹਾਂ ਕਰਾਉਣ ਕਰਕੇ ਉਹ ਦੋਸ਼ੀ ਹੋਊਗਾ ਕਰਪਸ਼ਨ 'ਚ। ਪਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਠੀਕ ਥਾਂ ਤੇ ਗਏ, ਜਿੱਥੋਂ ਡਿਮਾਂਡ ਹੋਈ ਉੱਥੇ ਗਏ, ਐਡਰੈਸ ਤੇ ਗਏ।
ਸਮੂਹ ਪੰਥਕ ਅਕਾਲੀ ਲਹਿਰ ਜਥੇਬੰਦੀ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ 7 ਨਵੰਬਰ ਨੂੰ ਸਵੇਰੇ 10:30 ਵਜੇ ਅਕਾਲੀ ਫੂਲਾ ਸਿੰਘ ਬੁਰਜ ਤੋਂ ਆਪਣਾ ਮਾਰਚ ਸ਼ੁਰੂ ਕਰਕੇ ਸਾਹਮਣੇ ਘੰਟਾ ਘਰ ਸ੍ਰੀ ਹਰਿਮੰਦਰ ਸਾਹਿਬ ਤੱਕ ਜਾਵੇਗੀ ਤੇ ਇਹ ਦੇਖਣਾ ਅਹਿਮ ਹੋਵੇਗਾ ਕਿ ਗਾਇਬ ਹੋਏ ਪਾਵਨ ਸਰੂਪਾਂ ਬਾਰੇ ਕੋਈ ਤਸੱਲੀ ਬਖਸ਼ ਜਵਾਬ ਉਹਨਾਂ ਨੂੰ ਮਿਲੇਗਾ ਜਾਂ ਨਹੀਂ। ਬਿਊਰੋ ਰਿਪੋਰਟ ਦਾ ਖਾਲਸ ਟੀਵੀ।